ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬਿਆਨੀ ਕਰਦੇ ਹਾਂ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਬੜੀ ਸੋਹਣੀ ਧੁੱਪ ਨਿਕਲੀ ਹੈ, ਕੜਾਕੇਦਾਰ ਧੁੱਪ ਨਿਕਲੀ ਹੈ, ਚਮਕਦੀ ਧੁੱਪ। ਸੂਰਜ ਦੀ ਟਿੱਕੀ ਨੇ ਸਵੇਰ ਤੋਂ ਲੈ ਕੇ ਆਥਣ ਤੱਕ ਪੂਰੀਆਂ ਲਿਸ਼ਕਾਂ ਮਾਰੀਆਂ। ਪੂਰੇ ਪੰਜਾਬ ਦੇ ਵਿੱਚ ਕਿਤੇ ਬੱਦਲਵਾਈ ਨਹੀਂ ਸੀ, ਪੂਰੇ ਪੰਜਾਬ ਦੇ ਵਿੱਚ ਕਿਤੇ ਹਵਾ ਨਹੀਂ ਸੀ ਚੱਲਦੀ। ਸੋ ਜੇਕਰ ਇਹੋ ਜਿਹੀਆਂ 5-7 ਧੁੱਪਾਂ ਹੋਰ ਲੱਗ ਗਈਆਂ ਤਾਂ ਠੰਡ ਬਸ ਉਡੰਤਰ ਹੋ ਗਈ ਸਮਝੋ। ਕਿਉਂਕਿ ਜਦੋਂ ਹੁਣ ਲਗਾਤਾਰ ਧੁੱਪ ਖਿੜਕੇ ਚੜ੍ਹਦੀ ਹੈ ਤੇ ਉਸ ਤੋਂ ਬਾਅਦ ਠੰਡ ਘਟਦੀ ਹੈ। ਮੌਸਮ ਵਿਭਾਗ ਦਾ ਇਹ ਕਹਿਣਾ ਕਿ ਭਲਕ ਨੂੰ ਵੀ ਤੇ ਅੱਜ ਵੀ ਧੁੱਪ ਚੰਗੀ ਨਿਕਲਣੀ ਹੈ। ਸੋ ਮੌਸਮ ਦੇ ਵਿੱਚ ਕੋਈ ਤਬਦੀਲੀ ਦੀ ਸੰਭਾਵਨਾ ਨਹੀਂ ਪ੍ਰਗਟਾਈ ਗਈ। ਉਧਰ ਹਿਮਾਚਲ ਪ੍ਰਦੇਸ਼ ਦੇ ਵੱਲ ਠੰਡ ਲਗਾਤਾਰ ਪੈ ਰਹੀ ਹੈ ਤੇ ਇਹ ਵੀ ਪਤਾ ਲੱਗਾ ਵੀ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਭਾਵੇਂ ਸ਼ਿਮਲੇ ਦੀ ਗੱਲ ਕਰੀਏ, ਭਾਵੇਂ ਹੋਰ ਥਾਵਾਂ ਦੀ ਗੱਲ ਕਰੀਏ, ਉੱਥੇ ਹੋਟਲ ਆ ਜਿਹੜੇ ਉਹ ਲਗਭਗ 80% ਬੁੱਕ ਚੱਲ ਰਹੇ ਆ। ਯਾਨੀ ਕਿ ਜਿਹੜੇ ਘੁੰਮਣ ਫਿਰਨ ਦੇ ਸ਼ੌਕੀਨ ਆ ਉੱਥੇ ਲਗਾਤਾਰ ਜਾ ਰਹੇ, ਟੱਬਰਾਂ ਸਮੇਤ ਹੋਰ ਘੁੰਮਣ ਫਿਰਨ ਦੇ ਜਿਹੜੇ ਸ਼ੌਕੀਨ ਆ ਉਹ ਉੱਥੇ ਖਾਣ ਪੀਣ ਦੇ ਵਿੱਚ ਮਸਤੀਆਂ ਮਾਰਦੇ, ਘੁੰਮ ਫਿਰ ਕੇ ਆਨੰਦ ਮਾਣ ਰਹੇ ਆ। ਯਾਨੀ ਕਿ ਕੰਮਕਾਜ ਉੱਥੇ ਸੋਹਣਾ ਚੱਲ ਨਿਕਲਿਆ, ਬੜੀ ਚੰਗੀ ਗੱਲ ਹੈ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਦਾਗਾਂ ਨਾਲ ਸੰਬੰਧਿਤ। ਦਾਗ ਅੱਛੇ ਲੱਗਤੇ ਹੈ, ਇਹ ਅਸੀਂ ਮਸ਼ਹੂਰੀਆਂ ਦੇ ਵਿੱਚ ਸੁਣਦੇ ਰਹੇ ਹਾਂ। ਉਹ ਸਰਫ ਦੀਆਂ ਮਸ਼ਹੂਰੀਆਂ ਹੁੰਦੀਆਂ ਸੀ कि अगर आप हमारी सर्फ यूज़ करोगे तो आपके दाग खत्म हो जाएंगे। चिट्टे झग्गे के उत्ते पए हुए दाग जो मशीन के विच पा के वो कमीज के बाद पाई सर्फ से चार दिते गेड़े तो वो दाग खत्म। पर राजनीतिक लोगों के चिट्टे कुर्तियां के उत्ते किन्ने दाग लगे आ, ये बाबत एक रिपोर्ट सामने आई है। ये रिपोर्ट दसदी है कि दाग अच्छे लगते हैं। भारत के ਵੱਖ-ਵੱਖ राजनीतिक पार्टियां के लोग अपने नाल जोड़ के गल रखी बैठे हैं। ਇਹਨਾਂ ਦਾਗੀ ਲੋਕਾਂ ਨੂੰ ਮਾਣ ਦੇ ਨਾਲ ਲੋਕ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਪੌੜੀਆਂ ਚੜਾਉਂਦੇ ਆ। ਇਹਨਾਂ ਦਾਗੀ ਲੋਕਾਂ ਦੇ ਬਾਬਤ ਲੋਕ ਕਦੇ ਵਿਚਾਰ ਨਹੀਂ ਕਰਦੇ ਕਿ ਜੇਕਰ ਸਾਨੂੰ ਕਹਿੰਦੇ ਵੀ ਭਾਈ ਸ਼ਰਾਫਤ ਦਾ ਪਾਠ ਪੜ੍ਹ ਕੇ ਰਹੋ ਤੇ ਆਪ ਗੁੰਡੇ ਬਦਮਾਸ਼ਾਂ ਵਾਲਾ ਜੀਵਨ ਕਿਉਂ ਬਸਰ ਕਰਦੇ ਆ। ਯੂਪੀ ਦੇ ਵਿੱਚੋਂ ਸਭ ਤੋਂ ਵੱਧ ਇਹੋ ਜਿਹੀਆਂ ਖਬਰਾਂ ਆਉਂਦੀਆਂ ਤੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਨੇਤਾ ਇਹੋ ਜਿਹੇ ਆ ਜਿਨ੍ਹਾਂ ਦੇ ਉੱਤੇ ਵੱਖ-ਵੱਖ ਧਾਰਾਵਾਂ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਪਰਚੇ ਦਰਜ ਹੋਏ ਆ। ਉਹ ਇਹ ਗੱਲ ਕਹਿੰਦੇ ਕਿ ਵਿਰੋਧੀਆਂ ਨੇ ਸ਼ਰਾਰਤ ਕੀਤੀ ਆ। ਤੁਸੀਂ ਕਿਸੇ ਵੀ ਨੇਤਾ ਨੂੰ ਇੰਟਰਵਿਊ ਕਰ ਲਓ ਵੀ ਤੁਹਾਡੇ ਉੱਤੇ ਇੰਨੇ ਪਰਚੇ ਦਰਜ ਆ, ਉਹ ਕਹਿੰਦੇ ਜੀ ਇਹ ਸਾਜ਼ਿਸ਼ ਦੇ ਤਹਿਤ ਪਰਚੇ ਦਰਜ ਕੀਤੇ ਸੀ। ਜਦੋਂ ਫਲਾਣਿਆਂ ਦੀ ਸਰਕਾਰ ਸੀ ਉਦੋਂ ਸਾਡੀ ਪੇਸ਼ ਨਹੀਂ ਚੱਲੀ, ਉਹਨਾਂ ਨੇ ਜ਼ਿਆਦਤੀ ਕੀਤੀ ਹੈ, ਅਸੀਂ ਬਦਲਾ ਲਵਾਂਗੇ ਜਾਂ ਅਸੀਂ ਇਸ ਮਾਮਲੇ ਦੇ ਉੱਤੇ ਪੜਤਾਲ ਕਰਾਵਾਂਗੇ ਜਾਂ ਸਾਨੂੰ ਮਾਣਯੋਗ ਅਦਾਲਤ ਨੇ ਜ਼ਮਾਨਤ ਦਿੱਤੀ ਹੋਈ ਹੈ। ਉਹ ਇੱਦਾਂ ਦੇ ਤਰਕ ਦੇ ਕੇ ਉਸ ਮਸਲੇ ਦੇ ਵਿੱਚੋਂ ਬਚ ਨਿਕਲਦੇ ਆ। ਪੰਜਾਬ ਦੇ ਵਿੱਚ ਚੋਣਾਂ ਦਾ ਇਸ ਵੇਲੇ ਸਿਖਰ ਹੋਇਆ ਪਿਆ, ਪ੍ਰਚਾਰ ਦਾ ਇਸ ਵੇਲੇ ਗਹਿਮਾ ਗਹਿਮੀ ਹੈ, ਪੂਰੀ ਵਿਆਹ ਵਰਗਾ ਮਾਹੌਲ ਆ। ਉਮੀਦਵਾਰਾਂ ਦੇ ਘਰਾਂ ਦੇ ਵਿੱਚ ਲੋਕ ਸੈਂਕੜੇ ਆ ਰਹੇ ਜਾ ਰਹੇ ਆ। ਪਰ ਹੁਣ ਜਿਹੜੀਆਂ ਹੌਟ ਸੀਟਾਂ ਉਹਦੇ ਵਿੱਚੋਂ ਸਭ ਤੋਂ ਹੌਟ ਸੀਟ ਆ ਜਿਹੜੀ ਅੰਮ੍ਰਿਤਸਰ ਈਸਟ ਦੀ, ਉੱਥੇ ਬੜੀ ਚਰਚਾ ਚੱਲੀ ਹੈ। ਉਸ ਸੀਟ ਦੇ ਉੱਤੇ ਸਿਰ ਧੜ ਦੀ ਬਾਜ਼ੀ ਲੱਗੀ ਆ। ਅੱਜ ਮੇਰੇ ਦੋਸਤ ਕੁਝ ਕੁ ਸਾਥੀ ਆਏ ਅੰਮ੍ਰਿਤਸਰ ਈਸਟ ਤੋਂ ਮਿਲਣ ਦੇ ਲਈ। ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਵੀ ਨਿਰਪੱਖ ਤਰੀਕੇ ਨਾਲ ਦੱਸਣਾ, ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਿਤ ਹੋ, ਪਰ ਸੱਚਮੁੱਚ ਇਹ ਦੱਸੋ ਤੁਹਾਡੀ ਜ਼ਮੀਰ ਕੀ ਕਹਿੰਦੀ ਆ, ਤੁਹਾਡੇ ਲੋਕਾਂ ਦੀ ਆਵਾਜ਼ ਕੀ ਆ, ਆਲੇ ਦੁਆਲੇ ਦੇ ਲੋਕ ਕੀ ਕਹਿੰਦੇ ਆ। ਬਿਕਰਮ ਸਿੰਘ ਮਜੀਠੀਆ ਜਾਂ ਨਵਜੋਤ ਸਿੰਘ ਸਿੱਧੂ ਜਾਂ ਡਾਕਟਰ ਜੀਵਨਜੋਤ ਕੌਰ, ਤਿੰਨਾਂ ਦੇ ਵਿੱਚੋਂ ਕਿਹਦੀ ਝੋਲੀ ਵਿੱਚ ਜਿੱਤ ਪੈ ਸਕਦੀ ਆ। ਉਹਨਾਂ ਨੇ ਮੈਨੂੰ 2 ਹਰਫੀ ਗੱਲ ਕਹੀ ਆ, ਮੈਂ ਵਿੱਚ ਗੱਲ ਘੁਮਾ ਫਿਰਾ ਕੇ ਨਹੀਂ ਕਹਿੰਦਾ। ਉਹ ਕਹਿੰਦੇ ਮੁੱਖ ਮੁਕਾਬਲਾ ਮਜੀਠੀਆ ਤੇ ਸਿੱਧੂ ਸਾਹਿਬ ਦੇ ਵਿੱਚ ਹੈ, ਬਹੁਤ ਕਾਂਟੇ ਦੀ ਟੱਕਰ ਹੈ। ਪਰ ਇਹ ਗੱਲ ਆ ਵੀ ਜੇ ਤਾਂ ਸਿੱਧੂ ਸਾਹਿਬ ਹਾਰ ਜਾਂਦੇ ਆ ਤਾਂ ਰਾਜਨੀਤੀ ਦੇ ਵਿੱਚੋਂ ਬਾਹਰ ਹੋ ਜਾਣਗੇ, ਪਰ ਜੇਕਰ ਮਜੀਠੀਆ ਸਾਹਿਬ ਹਾਰਦੇ ਆ ਤਾਂ ਉਹ ਰਾਜਨੀਤੀ ਦੇ ਵਿੱਚੋਂ ਬਾਹਰ ਨਹੀਂ ਹੋਣਗੇ। ਮੈਂ ਕਿਹਾ ਉਹ ਕਿਵੇਂ? ਉਹ ਕਹਿੰਦੇ ਦੇਖੋ ਜੀ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਇਹ ਇਹਨਾਂ ਦੀ ਪਾਰਟੀ ਆ। ਉਹ ਕਹਿੰਦੇ ਜੀ ਦੇਖੋ ਇਹਨਾਂ ਦੀ ਧਰਮ ਪਤਨੀ ਗਨੀਵ ਕੌਰ ਜਿਨ੍ਹਾਂ ਦੇ ਕਿ ਜਿੱਤਣ ਦੀ 100% ਦੀ ਸੰਭਾਵਨਾ, ਕਿਉਂਕਿ ਇਹ ਮਜੀਠਾ ਖੇਤਰ ਦੀ ਪੱਕੀ ਸੀਟ ਉਹਨਾਂ ਦੇ ਪਰਿਵਾਰ ਦੀ ਆ, ਉਹਨਾਂ ਨੇ ਜਿੱਤੀ ਜਾਣਾ। ਉਹਨਾਂ ਦਾ ਪਰਿਵਾਰ ਆ ਜਿਹੜਾ ਰਾਜਨੀਤੀ ਦੇ ਵਿੱਚ ਸੀ, ਹੈ ਤੇ ਰਹੂਗਾ ਵੀ। ਸੋ ਕਹਿਣ ਦਾ ਭਾਵ ਇਹ ਹੈ ਜੀ ਕਿ ਕੋਈ ਵੱਡੇ ਤੋਂ ਵੱਡਾ ਰਾਜਨੀਤਿਕ ਮਾਹਰ ਵੀ ਇਹ ਗੱਲ ਨਹੀਂ ਕਹਿ ਰਿਹਾ ਇਸ ਵੇਲੇ ਕਿ ਭਾਈ ਮਜੀਠੀਆ ਸਾਹਿਬ ਜਿੱਤਣਗੇ ਜਾਂ ਸਿੱਧੂ ਸਾਹਿਬ। ਪਰ ਇਹ ਗੱਲ ਪੱਕੀ ਹੈ ਕਿ ਸਿੱਧੂ ਸਾਹਿਬ ਨੂੰ ਘੇਰਾ ਬੜਾ ਕਸੂਤਾ ਪਿਆ। ਸਿੱਧੂ ਸਾਹਿਬ ਦੇ ਨਾਲ ਇਮਾਨਦਾਰੀ ਦੀ ਗੱਲ ਵੀ ਜੁੜਦੀ ਹੈ। ਸਿੱਧੂ ਸਾਹਿਬ ਲਗਾਤਾਰ ਜਿੱਤੇ ਵੀ ਹੈ। ਸਿੱਧੂ ਸਾਹਿਬ ਅਗਰੈਸਿਵ ਬਹੁਤ ਹੈ, ਤੱਤੇ ਭਾਰੇ ਵੀ ਕਾਫੀ ਰਹਿੰਦੇ ਆ। ਪਰ ਸਿੱਧੂ ਸਾਹਿਬ ਦੀ ਬੋਲਬਾਣੀ ਤੇ ਸਿੱਧੂ ਸਾਹਿਬ ਦਾ ਹਰ ਇੱਕ ਦੇ ਨਾਲ ਲਿਆ ਹੋਇਆ ਆਡਾ ਉਹਨਾਂ ਨੂੰ ਚਾਰੇ ਪਾਸਿਆਂ ਤੋਂ ਘੇਰਾ ਇਸ ਵੇਲੇ ਪਵਾ ਚੁੱਕਿਆ। ਅਸੀਂ ਨਹੀਂ ਕਹਿੰਦੇ, ਨਾ ਅਸੀਂ ਭਵਿੱਖਬਾਣੀ ਕਰਦੇ ਕਿ ਕੌਣ ਜਿੱਤੂਗਾ ਕੌਣ ਹਾਰੂਗਾ, ਪਰ ਸਿੱਧੂ ਸਾਹਿਬ ਆ ਜਿਹੜੇ, ਜਦੋਂ ਮੈਂ ਕ੍ਰਿਕਟ ਦੇ ਵੱਲ ਝਾਤ ਮਾਰਦਾ, ਜਦੋਂ ਉਹ ਬਾਹਰਲੇ ਮੁਲਕ ਦੇ ਵਿੱਚ ਕ੍ਰਿਕਟ ਖੇਡਣ ਗਏ ਸੀ ਉੱਥੇ ਵੀ ਉਹ ਤੂੰ ਤੜਕ ਕਰਕੇ ਤੇ ਦੌਰਾ ਵਿਚਾਲੇ ਛੱਡ ਕੇ ਵਾਪਸ ਆ ਗਏ ਸੀ। ਜਦੋਂ ਭਾਜਪਾ ਦੇ ਵਿੱਚ ਸੀ ਉੱਥੇ ਵੀ ਥੋੜ੍ਹੀ ਜਿਹੀ ਤੂੰ ਤੜਕ ਹੋ ਗਈ। ਜਦੋਂ ਹੁਣ ਕਾਂਗਰਸ ਦੇ ਵਿੱਚ ਆ ਕੈਪਟਨ ਨਾਲ ਤੂੰ ਤੜਕ ਹੋ ਗਈ। ਹੁਣ ਜਦੋਂ ਚੰਨੀ ਸਾਹਿਬ ਆ ਗਏ ਇੱਧਰ ਤੂੰ ਤੜਕ ਹੋ ਗਈ। ਉਹਨਾਂ ਦੀ ਤੂੰ ਤੜਕ ਇਕੱਲੇ ਬਿਕਰਮ ਸਿੰਘ ਮਜੀਠੀਆ ਜਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਨਹੀਂ, ਬਹੁਤ ਸਾਰੇ ਲੋਕਾਂ ਦੇ ਨਾਲ ਸਮੇਂ-ਸਮੇਂ 'ਤੇ ਚੱਲਦੀ ਆ। ਮੈਂ ਇਕੱਲਾ ਨਹੀਂ ਕਹਿੰਦਾ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਆ ਕਿ ਜੇਕਰ ਸਿੱਧੂ ਸਾਹਿਬ ਤਰੀਕੇ ਨਾਲ ਚੱਲਦੇ, ਇਮਾਨਦਾਰੀ ਇਵੇਂ ਬਰਕਰਾਰ ਰੱਖਦੇ, ਤਰਕ ਦੇ ਨਾਲ ਗੱਲ ਕਰਦੇ,
ਘੱਟ ਬੋਲਦੇ, ਮਰਿਆਦਾ ਵਿੱਚ ਰਹਿੰਦੇ ਤਾਂ ਅੱਜ ਨੂੰ ਉਹਨਾਂ ਨੂੰ ਇੰਨਾ ਵੱਡਾ ਘੇਰਾ ਨਹੀਂ ਸੀ ਪੈਣਾ। ਸਾਨੂੰ ਕੁਝ ਨਹੀਂ ਪਤਾ ਜਿੱਤਣਾ ਕਿਹਨੇ ਤੇ ਹਾਰਨਾ ਕਿਹਨੇ ਆ, ਪਰ ਲੰਘੇ ਕੱਲ ਨਵਜੋਤ ਸਿੰਘ ਸਿੱਧੂ ਦੀ ਧੀ ਧਿਆਣੀ ਰਾਬੀਆ ਸਿੱਧੂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੇਰੇ ਪਿਤਾ ਜੀ ਹੀ ਜਿੱਤਣਗੇ, ਮੇਰੇ ਪਿਤਾ ਜੀ ਨੇ ਲੋਕਾਂ ਦਾ ਭਰੋਸਾ ਜਿੱਤਿਆ, ਜਿੰਨਾ ਚਿਰ ਉਹ ਜਿੱਤਣਗੇ ਨਹੀਂ ਮੈਂ ਵਿਆਹ ਨਹੀਂ ਕਰਾਵਾਂਗੀ। ਇਹ ਉਹਨਾਂ ਦੇ ਆਪਣੇ ਪਿਤਾ ਜੀ ਦੇ ਪ੍ਰਤੀ ਸਤਿਕਾਰਯੋਗ ਪਿਤਾ ਦੇ ਲਈ ਮਨ ਦੇ ਵਲਵਲੇ ਆ। ਜਿਹੜੇ ਬੱਚੇ ਆ ਇਸ ਵੇਲੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੇ, ਉਹ ਵੀ ਆਪਣੇ ਪਿਤਾ ਜੀ ਦੇ ਲਈ, ਆਪਣੀ ਮਾਤਾ ਦੇ ਲਈ ਚੋਣ ਪ੍ਰਚਾਰ ਦੇ ਵਿੱਚ ਕੁੱਦੇ ਹੋਏ ਆ, ਸਾਰੇ ਹੀ ਕੁੱਦੇ ਹੋਏ ਆ। ਪਰ ਜਿਹੜੀਆਂ ਬਾਕੀ ਸੀਟਾਂ ਦੇ ਵਾਂਗ ਸਭ ਤੋਂ ਵੱਧ ਨਿਗਾਹ ਜੇਕਰ ਟਿਕੀ ਹੋਈ ਹੈ ਤਾਂ ਉਹ ਅੰਮ੍ਰਿਤਸਰ ਈਸਟ ਦੀ ਸੀਟ ਦੇ ਉੱਤੇ ਟਿਕੀ ਹੋਈ ਹੈ ਕਿ ਇੱਥੋਂ ਬਣੂਗਾ ਕੀ, ਜਿੱਤੂਗਾ ਕੌਣ, ਹਾਰੂਗਾ ਕੌਣ। ਸ਼ਰਤਾਂ ਲੱਗਣੀਆਂ ਸ਼ੁਰੂ ਹੋ ਗਈਆਂ, ਸੱਟਾ ਲੱਗਣਾ ਸ਼ੁਰੂ ਹੋ ਗਿਆ। ਸੱਟਾ ਬਾਜ਼ਾਰ ਇਹ ਗੱਲ ਕਹਿੰਦਾ ਕਿ ਭਾਈ ਐਤਕੀ ਬਿਕਰਮ ਸਿੰਘ ਮਜੀਠੀਆ ਦਾ ਪੱਖ ਭਾਰੀ ਰਹਿਣ ਦੀ ਪੂਰੀ ਆਸ ਹੈ। ਸਿੱਧੂ ਸਾਹਿਬ ਦੀ ਐਤਕੀ ਸ਼ਾਇਦ ਪਿੱਠ ਲੱਗ ਜਾਵੇ, ਉਹ ਕਹਿੰਦੇ ਆ, ਪਰ ਇਹ ਸਮਾਂ ਬਿਆਨ ਕਰੂਗਾ। ਕੋਈ ਅੰਦਾਜ਼ਾ ਨਹੀਂ ਲਾ ਸਕਦੇ, ਕੋਈ ਇਹ ਨਹੀਂ ਗੱਲ ਕਹਿ ਸਕਦਾ ਵੀ ਭਾਈ ਸੱਚੀ ਮੁੱਚੀ ਬਣਨਾ ਕੀ ਹੈ। ਜਿਹੜਾ ਬੰਦਾ ਇਹ ਗੱਲ ਕਹੂਗਾ ਕਿ ਫਲਾਣਾ ਜਿੱਤੂਗਾ ਫਲਾਣਾ ਹਾਰੂਗਾ, ਉਹ ਟੁੱਲ ਲਾਉਂਦਾ, ਉਹ ਸਿਰਫ ਤੇ ਸਿਰਫ ਤੀਰ ਤੁੱਕੇ ਵਾਲੀ ਗੱਲ ਹੈ। ਜੇ ਲੱਗ ਗਿਆ ਤੀਰ, ਨਾ ਲੱਗਿਆ ਤੁੱਕਾ, ਇੱਦਾਂ ਦੀਆਂ ਗੱਲਾਂ। ਇਹ ਅੰਤਲੇ ਦਿਨ ਤੱਕ ਬਹੁਤ ਕੁਝ ਹੋਣਾ, ਵਾਪਰਨਾ, ਬਦਲਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਦਾਗੀ ਕੌਣ ਆ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ, ਉੱਤਰਾਖੰਡ ਤੇ ਗੋਆ ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਨਾਮਜ਼ਦਗੀ ਦਾਖਲ ਕਰਨ ਵਾਲੇ ਕਈ ਉਮੀਦਵਾਰਾਂ ਦੇ ਉੱਤੇ ਹੱਤਿਆ, ਜਬਰ ਜਨਾਹ ਤੇ ਅਗਵਾ ਕਰਨ ਵਰਗੇ ਦੋਸ਼ ਲੱਗੇ ਹੋਏ ਨੇ। ਭਾਰਤੀ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਵੱਲੋਂ ਦਾਖਲ ਕੀਤੇ ਗਏ ਹਲਫਨਾਮਿਆਂ ਦੇ ਆਧਾਰ ਦੇ ਉੱਤੇ ਇਹ ਜਾਣਕਾਰੀ ਦਿੱਤੀ ਹੈ। ਉੱਤਰਾਖੰਡ ਦੇ ਵਿੱਚ 10%, ਪੰਜਾਬ 'ਚ 13% ਤੇ ਗੋਆ ਦੇ ਵਿੱਚ 16% ਉਮੀਦਵਾਰਾਂ ਦੇ ਉੱਤੇ ਗੰਭੀਰ ਦੋਸ਼ ਲੱਗੇ ਹੋਏ ਨੇ। ਦਰਅਸਲ ਦੇਸ਼ ਦੇ ਵਿੱਚ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਲੰਘੇ ਕੱਲ ਯੂਪੀ ਦੇ ਵਿੱਚ ਪਹਿਲੇ ਪੜਾਅ ਦੀਆਂ ਵੋਟਾਂ ਪੈ ਕੇ ਹਟੀਆਂ ਨੇ। ਉਮੀਦਵਾਰਾਂ ਨੂੰ ਨਾਮਜ਼ਦਗੀ ਦੌਰਾਨ ਚੋਣ ਕਮਿਸ਼ਨ ਨੂੰ ਅਪਰਾਧਿਕ ਇਤਿਹਾਸ, ਜਾਇਦਾਦ, ਦੇਣਦਾਰੀਆਂ, ਸਿੱਖਿਆ ਯੋਗਤਾ ਤੇ ਪਰਿਵਾਰ ਦੇ ਬਾਕੀ ਨਿਯਮਾਂ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ। ਦਸਤਾਵੇਜ਼ਾਂ ਤੋਂ ਇਸ ਗੱਲ ਦਾ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਉਮੀਦਵਾਰਾਂ ਦੇ ਉੱਤੇ ਜਬਰ ਜਨਾਹ, ਕਤਲ, ਇਰਾਦਾ ਕਤਲ, ਗੈਰ ਇਰਾਦਤਨ ਹੱਤਿਆ, ਬੱਚਿਆਂ ਦੇ ਨਾਲ ਸਰੀਰਕ ਅਪਰਾਧ, ਅਗਵਾ ਕਰਨਾ ਤੇ ਜਬਰਨ ਵਸੂਲੀ ਦੇ ਗੰਭੀਰ ਦੋਸ਼ ਲੱਗੇ ਹੋਏ ਨੇ। ਦਸਤਾਵੇਜ਼ਾਂ ਦੇ ਮੁਤਾਬਕ 3 ਸੂਬਿਆਂ ਦੇ ਵਿੱਚ ਕੁੱਲ 8 ਉਮੀਦਵਾਰਾਂ ਦੇ ਉੱਤੇ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਵਰਗੇ ਗੰਭੀਰ ਦੋਸ਼ ਨੇ। ਇਹਦੇ ਵਿੱਚ ਪੰਜਾਬ ਦੇ ਵਿੱਚ 3, ਉੱਤਰਾਖੰਡ 'ਚ 1 ਤੇ ਗੋਆ ਦੇ ਵਿੱਚ 4 ਉਮੀਦਵਾਰ ਦੋਸ਼ੀ ਨੇ। 19 ਉਮੀਦਵਾਰਾਂ ਦੇ ਖਿਲਾਫ ਧਾਰਮਿਕ ਅਸਥਿਰਤਾ ਪੈਦਾ ਕਰਨ, ਪੂਜਾ ਵਾਲੀਆਂ ਥਾਵਾਂ ਨੂੰ ਅਪਵਿੱਤਰ ਕਰਨ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਪਰਚੇ ਦਰਜ ਹੋਏ ਨੇ। ਇਹਦੇ ਵਿੱਚ 9 ਉਮੀਦਵਾਰ ਪੰਜਾਬ ਤੋਂ ਤੇ ਉੱਤਰਾਖੰਡ ਤੋਂ ਨੇ, 1 ਗੋਆ ਤੋਂ ਹੈ। ਯੂਪੀ ਦੇ ਵਿੱਚ ਪਹਿਲੇ ਪੜਾਅ ਦੀਆਂ ਕੱਲ੍ਹ ਵੋਟਾਂ ਪਈਆਂ ਨੇ। ਇਸ ਪੜਾਅ ਦੇ ਵਿੱਚ 623 ਉਮੀਦਵਾਰ ਮੈਦਾਨ ਦੇ ਵਿੱਚ ਨੇ। ਇਹਦੇ ਵਿੱਚ 1/4 ਯਾਨੀ ਕਿ 156 ਉਮੀਦਵਾਰਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ। ਦੂਜੇ ਪਾਸੇ 156 ਉਮੀਦਵਾਰਾਂ ਦੇ ਵਿੱਚੋਂ 121 ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਗੰਭੀਰ ਜਬਰ ਜਨਾਹ ਤੇ ਕਤਲ ਵਰਗੇ ਅਪਰਾਧਿਕ ਮਾਮਲੇ ਦਰਜ ਨੇ। ਜੇ ਪਾਰਟੀਆਂ ਦੀ ਗੱਲ ਕਰੀਏ ਤਾਂ ਭਾਜਪਾ ਦੇ 57 ਉਮੀਦਵਾਰਾਂ ਦੇ ਵਿੱਚੋਂ 29 ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ, ਜਦਕਿ ਸਮਾਜਵਾਦੀ ਪਾਰਟੀ ਦੇ 28 ਦੇ ਵਿੱਚੋਂ 21 ਦੇ ਉੱਤੇ ਤੇ ਰਾਸ਼ਟਰੀ ਲੋਕ ਦਲ ਦੇ 29 ਦੇ ਵਿੱਚੋਂ 17 ਉਮੀਦਵਾਰ ਅਪਰਾਧਿਕ ਅਕਸ ਵਾਲੇ ਨੇ। ਕਾਂਗਰਸ ਦੀ ਗੱਲ ਕਰੀਏ ਤਾਂ ਪਾਰਟੀ ਦੇ 58 ਦੇ ਵਿੱਚੋਂ 21 ਉਮੀਦਵਾਰਾਂ ਦੇ ਉੱਤੇ ਅਪਰਾਧਿਕ ਪਰਚੇ ਦਰਜ ਨੇ। ਬਸਪਾ ਦੇ 56 ਦੇ ਵਿੱਚੋਂ 19 ਤੇ ਆਮ ਆਦਮੀ ਪਾਰਟੀ ਦੇ 52 ਦੇ ਵਿੱਚੋਂ 8 ਉਮੀਦਵਾਰਾਂ ਦੇ ਉੱਤੇ ਗੰਭੀਰ ਮਾਮਲੇ ਦਰਜ ਹੋਏ ਹਨ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੇ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਦਾਗਾਂ ਦੀ ਇਹ ਜਾਣਕਾਰੀ ਮਿਲੀ ਹੈ, ਇਹ ਮੰਨ ਕੇ ਰਾਜ਼ੀ ਨਹੀਂ। ਕਿਸੇ ਵੀ ਰਾਜਨੀਤਿਕ ਪਾਰਟੀ ਦਾ ਨੇਤਾ ਇਹ ਗੱਲ ਮੰਨ ਕੇ ਰਾਜ਼ੀ ਨਹੀਂ ਕਿ ਮੈਂ ਗਲਤ ਕੰਮ ਕੀਤਾ, ਮੈਨੂੰ ਗਲਤ ਦੀ ਸਜ਼ਾ ਮਿਲ ਰਹੀ ਹੈ, ਮੈਂ ਗਲਤੀ ਕਰ ਬੈਠਾ, ਮੈਂ ਭਵਿੱਖ ਦੇ ਵਿੱਚ ਕੁਝ ਨਹੀਂ ਕਰੂੰ। ਕੋਈ ਨੇਤਾ ਪੈਰਾਂ ਦੇ ਉੱਤੇ ਪਾਣੀ ਨਹੀਂ ਪੈਣ ਦਿੰਦਾ। ਹੁਣ ਤਾਂ ਗੱਲ ਹੀ ਇਹ ਬਣ ਗਈ ਵੀ ਜਿਹਦੇ ਉੱਤੇ ਜਿੰਨੇ ਵੱਧ ਪਰਚੇ ਦਰਜ ਉਹ ਓਨਾ ਵੱਡਾ ਦਬੰਗ ਨੇਤਾ। ਅੱਗੇ ਅਸੀਂ ਫਿਲਮਾਂ ਦੇ ਵਿੱਚ ਇਹ ਕੁਝ ਦੇਖਦੇ ਹੁੰਦੇ ਸੀ, ਜੋ ਹੁਣ ਅਸੀਂ ਪੰਜਾਬ ਸਮੇਤ ਬਾਕੀ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੌਕੇ ਦੇਖਦੇ ਹਾਂ ਜਾਂ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਦੇਖਦੇ ਹਾਂ। ਲੋਕ ਅਸੀਂ ਕਹਿੰਦੇ ਵੀ ਚੰਗਿਆਂ ਨੂੰ ਚੁਣਨ, ਪਰ ਚੰਗਿਆਂ ਨੂੰ ਟਿਕਟਾਂ ਕਦੋਂ ਮਿਲਦੀਆਂ? ਜਿਹੜੇ ਬੰਦਿਆਂ ਦੇ ਉੱਤੇ ਦਾਗ ਲੱਗੇ ਆ ਉਹ ਫੰਡੀਆਂ ਵੀ ਕਰਦੇ ਤੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਹੋਰ ਵੀ ਜੁੜੀਆਂ। ਉਹ ਵੋਟਰਾਂ ਨੂੰ ਹੱਥ ਦੇ ਵਿੱਚ ਰੱਖਣਾ ਵੀ ਜਾਣਦੇ ਆ। ਇਸ ਕਰਕੇ ਇਹ ਜਿਹੜੀਆਂ ਰਿਪੋਰਟਾਂ ਨੇ ਇਹ ਅਚੰਭਿਤ ਕਰਕੇ ਰੱਖ ਦਿੰਦੀਆਂ ਵੀ ਲੋਕ ਚੰਗਾ ਕਿਵੇਂ ਚੁਣਨਗੇ ਜੇਕਰ ਚੰਗੇ ਕਿਰਦਾਰ ਵਾਲਾ ਉਮੀਦਵਾਰ ਹੀ ਸਾਹਮਣੇ ਨਹੀਂ। ਹੁਣ ਤਾਂ ਇਹ ਵੀ ਆ ਵੀ ਕਿਹੜੀ ਪਾਰਟੀ ਐਸੀ ਹੈ ਜਿਹਦੇ ਬੰਦਿਆਂ ਦੇ ਉੱਤੇ, ਜਿਹਦੇ ਉਮੀਦਵਾਰਾਂ ਦੇ ਉੱਤੇ ਪਰਚੇ ਨਹੀਂ ਦਰਜ। ਕਿੰਨੇ ਕੁ ਬੰਦੇ ਇਹੋ ਜਿਹੇ ਆ, ਕਿੰਨੇ ਕੁ ਉਮੀਦਵਾਰ ਇਹੋ ਜਿਹੇ ਹੋਣਗੇ ਕੁੱਲ? ਕਿਉਂਕਿ 1300 ਤੇ ਕੁਝ ਉਮੀਦਵਾਰ ਪੰਜਾਬ ਦੇ ਵਿੱਚ ਇਸ ਵੇਲੇ ਮੈਦਾਨ ਦੇ ਵਿੱਚ ਹੈ, ਆਜ਼ਾਦ ਸਮੇਤ ਬਾਕੀ ਵੱਖ-ਵੱਖ ਪਾਰਟੀਆਂ ਦੇ। ਪਹਿਲਾਂ 2200 ਕੁਝ ਸੀ, ਕਈਆਂ ਦੇ ਕਾਗਜ਼ ਰੱਦ ਹੋ ਗਏ, ਕਈਆਂ ਨੇ ਵਾਪਸ ਲੈ ਲਏ। 1300 ਕੁਝ ਉਮੀਦਵਾਰ ਇਸ ਵੇਲੇ ਮੈਦਾਨ ਦੇ ਵਿੱਚ ਹੈ। ਇਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਉਮੀਦਵਾਰਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਪਰਚੇ ਦਰਜ ਹੈ ਤੇ ਉੱਤਰ ਇੱਕੋ ਸਿਆਸੀ ਬਦਲਾਖੋਰੀ ਦੇ ਤੇ ਪਰਚੇ ਦਰਜ ਹੋਏ ਆ। ਜਦੋਂ ਦੂਜਿਆਂ ਦੀ ਸਰਕਾਰ ਉਹਨਾਂ ਨੇ ਧੱਕੇਸ਼ਾਹੀ ਕੀਤੀ ਹੈ, ਇਹ ਧੱਕੇਸ਼ਾਹੀਆਂ ਬਰਦਾਸ਼ਤ ਨਹੀਂ ਹੋਣਗੀਆਂ। ਬਹਾਨੇ ਇਸ ਕਿਸਮ ਦੇ ਲੱਗਦੇ ਆ। ਲੋਕ ਦੇਖੋ ਕਿਹਨੂੰ ਚੁਣਦੇ ਆ। ਲੰਘੇ ਕੱਲ ਇੱਕ ਬੜੀ ਅਚੰਭੇ ਵਾਲੀ ਖਬਰ ਸਾਹਮਣੇ ਆਈ ਹੈ। ਉਹ ਸਾਂਝੀ ਕਰਨ ਤੋਂ ਪਹਿਲਾਂ
ਕਿ ਲਖੀਮਪੁਰ ਖੀਰੀ ਕਾਂਡ ਦੇ ਮਾਮਲੇ ਦੇ ਵਿੱਚ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਕਿਸ ਤਰੀਕੇ ਨਾਲ ਜ਼ਮਾਨਤ ਮਿਲੀ ਹੈ, ਇਹਦੇ ਵੱਲ ਝਾਤ ਪਾਉਣ ਤੋਂ ਪਹਿਲਾਂ ਇਹ ਦੱਸਣਾ ਬਣਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਉਹ 3 ਰੈਲੀਆਂ ਵਾਸਤੇ ਪੰਜਾਬ ਦੇ ਵਿੱਚ ਆਉਣਗੇ। 14 ਤਰੀਕ ਨੂੰ ਯਾਨੀ ਕਿ ਵੈਲੈਂਟਾਈਨ ਡੇ ਵਾਲੇ ਦਿਨ ਉਹ ਆਉਣਗੇ ਪੰਜਾਬ ਦੇ ਜਲੰਧਰ ਖੇਤਰ ਦੇ ਵਿੱਚ। ਫਿਰ 16 ਤਰੀਕ ਨੂੰ ਉਹਨਾਂ ਨੇ ਪਠਾਨਕੋਟ ਦੇ ਵੱਲ ਰੈਲੀ ਕਰਨੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ 17 ਤਰੀਕ ਨੂੰ ਅਬੋਹਰ ਖੇਤਰ ਦੇ ਵੱਲ ਰੈਲੀ ਕਰਨੀ ਹੈ। ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਇਸ ਵਕਤ ਪੈਰ ਪੱਕੇ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੰਘੇ ਕੱਲ ਰੈਸਲਰ ਦਲੀਪ ਸਿੰਘ ਖਲੀ, ਜਿਹਨੂੰ ਅਸੀਂ ਗ੍ਰੇਟ ਖਲੀ ਕਹਿੰਦੇ ਆ, ਉਹ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਆ। ਮਾਹੀਗੜ੍ਹ ਦੇ ਵੱਲੋਂ ਸਰਬਜੀਤ ਮੱਕੜ ਦੇ ਹੱਕ ਦੇ ਵਿੱਚ ਪ੍ਰਚਾਰ ਕੀਤੇ ਜਾਣ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ। ਹੋਰ ਵੀ ਵੱਖ-ਵੱਖ ਵੱਡੇ ਚਿਹਰੇ, ਨਾਮਣੇ ਵਾਲੇ ਚਿਹਰੇ, ਜਿਨ੍ਹਾਂ ਦੇ ਫੇਸ ਦੀ ਵੈਲਿਊ ਆ, ਚਿਹਰੇ ਦਾ ਮੁੱਲ ਆ, ਉਹਨਾਂ ਨੂੰ ਬੀਜੇਪੀ ਆਪਣੇ ਪਾਲੇ ਦੇ ਵਿੱਚ ਸ਼ਾਮਲ ਕਰ ਰਹੀ ਹੈ। ਮਤਲਬ ਇਹ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪ੍ਰਚਾਰ ਦੀ ਧਾਰ ਤਿੱਖੀ ਕੀਤੀ ਜਾਊਗੀ। ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਵਿੱਚ ਆ ਕੇ ਪ੍ਰਚਾਰ ਕਰ ਰਹੇ ਆ ਬਹੁਤ ਜਲਦ। ਇਸ ਤੋਂ ਇਲਾਵਾ ਕਈ ਕੇਂਦਰੀ ਹੋਰ ਮੰਤਰੀ ਆ ਜਿਹੜੇ ਉਹ ਪੰਜਾਬ ਦੇ ਵਿੱਚ ਪ੍ਰਚਾਰ ਕਰਨਗੇ। ਪੰਜਾਬ ਦੇ ਵਿੱਚ ਬੀਜੇਪੀ ਦੇ ਕਈ ਨੇਤਾ ਜਿਹੜੇ ਉਹ ਸ਼ਹਿਰੀ ਖੇਤਰ ਦੇ ਵਿੱਚ ਤਿੱਖੀ ਟੱਕਰ ਬਾਕੀ ਉਮੀਦਵਾਰਾਂ ਨੂੰ ਦੇਣ ਲੱਗ ਪਏ ਆ। ਇਹ ਵੀ ਗੱਲ ਆ ਜਿਹੜੀ ਉਹ ਲੋਕਾਂ ਨੂੰ ਪਹਿਲਾਂ ਲੱਗਦੀ ਸੀ ਕਿ ਸ਼ਾਇਦ ਇਵੇਂ ਨਹੀਂ ਹੋਣੀ, ਪਰ ਇਸ ਵਕਤ ਸ਼ਹਿਰੀ ਖੇਤਰ ਦੇ ਵਿੱਚ ਬੀਜੇਪੀ ਟੱਕਰ ਦੇਣ ਲੱਗ ਪਈ ਆ। ਇਹ ਅਚੰਭੇ ਵਾਲੀ ਗੱਲ ਵੀ ਹੈਗੀ ਆ ਤੇ ਹਾਲੇ ਬੀਜੇਪੀ ਹੋਰ ਟੱਕਰ ਦੇਊਗੀ, ਇਹ ਰਾਜਨੀਤਿਕ ਮਾਹਰ ਦੱਸ ਰਹੇ ਆ। ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਐਤਕੀ ਦੀਆਂ ਚੋਣਾਂ ਨਿਰਣਾਇਕ ਹੋ ਨਿਬੜਨਗੀਆਂ। ਬੀਜੇਪੀ ਨੇ ਇਹ ਗੱਲ ਕਹੀ ਹੈ ਕਿ ਅਸਲ ਪੰਜਾਬ ਬੀਜੇਪੀ ਦੇ ਨਾਲ। ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਬਾਕੀ ਪਾਰਟੀਆਂ ਨੇ ਕੀਤਾ ਕੁਝ ਨਹੀਂ, ਅਸੀਂ ਕੋਈ ਦਾਗ ਤਾਂ ਨਹੀਂ ਖੱਟਿਆ, ਅਸੀਂ ਕਦੇ ਸਿੱਖਾਂ ਦੇ ਲਈ, ਕਿਸਾਨਾਂ ਦੇ ਲਈ ਕੁਝ ਮਾੜਾ ਤਾਂ ਨਹੀਂ ਕੀਤਾ। ਸੋ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਪੰਜਾਬ ਦੇ ਲਈ ਕੁਝ ਚੰਗਾ ਕਰਾਂਗੇ, ਸਾਨੂੰ ਮੌਕਾ ਦਿਓ। ਪਰ ਜਿਹੜੀ ਜਾਣਕਾਰੀ ਆ ਉਹ ਇਹ ਹੈ ਵੀ ਲਖੀਮਪੁਰ ਖੀਰੀ ਕਾਂਡ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ। ਹੁਣ ਤੱਕ ਕਿਸਾਨ ਆਗੂ ਇਹ ਗੱਲ ਕਹਿੰਦੇ ਸੀ ਵੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦਾ ਅਸਤੀਫਾ ਲਿਆ ਜਾਵੇ, ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਮੇਰਾ ਪੁੱਤ ਹੈ, ਜੇਕਰ ਇਹ ਇਸ ਮਾਮਲੇ ਦੇ ਵਿੱਚ ਲਖੀਮਪੁਰ ਕਾਂਡ ਦੇ ਵਿੱਚ ਕਸੂਰਵਾਰ ਹੋਇਆ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ। ਜਦੋਂ SIT ਜਾਂਚ ਟੀਮ ਆ ਜਿਹੜੀ ਉਹਦੇ ਵੱਲੋਂ ਗੱਲ ਕਹਿ ਦਿੱਤੀ ਗਈ ਹੈ ਕਿ ਕਸੂਰਵਾਰ ਆ, ਜਦੋਂ ਇਹ ਰਿਪੋਰਟ ਆ ਗਈ ਆ ਵੀ ਭਾਈ ਇਹਦੀ ਹੀ ਥਾਰ ਸੀ, ਜਦੋਂ ਇਹ ਰਿਪੋਰਟ ਆ ਗਈ ਆ ਵੀ ਇਹ ਹੀ ਗੱਡੀ ਚਲਾਉਂਦਾ ਸੀ, ਜਦੋਂ ਇਹ ਰਿਪੋਰਟ ਆ ਗਈ ਵੀ ਗੋਲੀਆਂ ਇਹਨੇ ਹੀ ਚਲਾਈਆਂ ਸੀ, ਤਾਂ ਫਿਰ ਤਾਂ ਵਿੱਚ ਕੁਝ ਰਹਿ ਨਹੀਂ ਜਾਂਦਾ। ਪਰ ਮੰਤਰੀ ਦਾ ਅਸਤੀਫਾ ਤਾਂ ਕੀ ਲੈਣਾ ਸੀ। ਇੱਥੇ ਮੰਤਰੀ ਦੇ ਪੁੱਤ ਨੂੰ ਆਸ਼ੀਸ਼ ਮਿਸ਼ਰਾ ਨੂੰ ਵੀ ਜ਼ਮਾਨਤ ਮਿਲ ਗਈ ਤੇ ਜ਼ਮਾਨਤ ਮਿਲਣ ਤੋਂ ਬਾਅਦ ਮਾਣਯੋਗ ਜੱਜ ਸਾਹਿਬਾਨ ਨੇ ਗੱਲ ਕਹੀ ਹੈ ਜ਼ਮਾਨਤ ਦਿੰਦਿਆਂ ਕਿ ਹੋ ਸਕਦਾ ਵੀ ਜਿਹੜਾ ਇਹਨਾਂ ਦੇ ਵੱਲੋਂ ਗੱਡੀ ਦੇ ਨਾਲ ਕਿਸਾਨ ਦਰੜ ਦਿੱਤੇ ਗਏ, ਇਹ ਵੀ ਤਾਂ ਹੋ ਸਕਦਾ ਵੀ ਇਹਨਾਂ ਨੇ ਜਾਨ ਬਚਾਉਣ ਦੇ ਲਈ ਗੱਡੀ ਭਜਾਈ ਹੋਵੇ। ਉੱਥੇ ਡਾਂਗਾਂ ਵਾਲੇ ਵੀ ਸੀ, ਉੱਥੇ ਕੁਝ ਲੋਕਾਂ ਦੇ ਕੋਲੇ ਹੋਰ ਹਥਿਆਰ ਵੀ ਫੜੇ ਹੋਣਗੇ, ਇੱਟਾਂ ਵੱਟਿਆਂ ਵਾਲੇ ਵੀ ਸੀ। ਹੋ ਸਕਦਾ ਇਹਨਾਂ ਨੇ ਆਪਣੀ ਜਾਨ ਬਚਾਉਣ ਦੇ ਵਾਸਤੇ ਗੱਡੀ ਤੇਜ਼ ਕਰ ਲਈ ਹੋਵੇ ਤੇ ਕੁਝ ਲੋਕ ਥੱਲੇ ਦਿੱਤੇ ਗਏ। ਸੋ ਇਸ ਤਰੀਕੇ ਦੇ ਨਾਲ ਜ਼ਮਾਨਤ ਲੈਣ ਦੇ ਵਿੱਚ ਕਾਮਯਾਬ ਹੋ ਗਿਆ ਆਸ਼ੀਸ਼ ਮਿਸ਼ਰਾ। ਇਹਦੇ ਕਰਕੇ ਹੁਣ ਕਿਸਾਨ ਆਗੂ ਆ ਜਿਹੜੇ ਉਹ ਤੱਤੇ ਭਾਰੇ ਆ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਡੇ ਨਾਲ ਧੋਖਾ ਕੀਤਾ ਗਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ ਹੈ। ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਆਸ਼ੀਸ਼ ਮਿਸ਼ਰਾ ਨੂੰ ਨਿੱਜੀ ਮੁਚਲਕੇ ਤੇ 2 ਜ਼ਮਾਨਤ ਪੱਤਰ ਦਾਖਲ ਕਰਨ ਤੇ ਜ਼ਮਾਨਤ ਦੇ ਦਿੱਤੀ ਹੈ। ਆਸ਼ੀਸ਼ ਲਖੀਮਪੁਰ ਦੇ ਵਿੱਚ ਕਿਸਾਨਾਂ ਨੂੰ ਥਾਰ ਗੱਡੀ ਦੇ ਥੱਲੇ ਦਰੜਨ ਦੇ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਸੀ। ਉਹ 130 ਦਿਨ ਤੋਂ ਜੇਲ੍ਹ ਦੇ ਵਿੱਚ ਬੰਦ ਹੈ। ਹਾਈ ਕੋਰਟ ਨੇ 18 ਜਨਵਰੀ 2022 ਨੂੰ ਆਸ਼ੀਸ਼ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਸੁਣਵਾਈ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਸੀ ਤੇ ਇਹਦੇ ਉੱਤੇ ਲੰਘੇ ਕੱਲ੍ਹ ਜਸਟਿਸ ਰਾਜੀਵ ਸਿੰਘ ਦੇ ਬੈਂਚ ਦੇ ਵੱਲੋਂ ਫੈਸਲਾ ਸੁਣਾਇਆ ਗਿਆ। ਕੋਰਟ ਨੇ ਆਪਣੇ ਆਦੇਸ਼ ਦੇ ਵਿੱਚ ਕਿਹਾ ਕਿ FIR ਦੇ ਵਿੱਚ ਦੋਸ਼ ਹੈ ਕਿ ਆਸ਼ੀਸ਼ ਮਿਸ਼ਰਾ ਗੱਡੀ ਦੇ ਵਿੱਚ ਬੈਠਾ ਸੀ ਤੇ ਗੋਲੀ ਚਲਾ ਰਿਹਾ ਸੀ ਤੇ ਉਸ ਦੀ ਗੋਲੀ ਨਾਲ ਗੁਰਵਿੰਦਰ ਸਿੰਘ ਨਾਂ ਦੇ ਇੱਕ ਸ਼ਖਸ ਦੀ ਮੌਤ ਵੀ ਹੋਈ, ਜਦਕਿ ਮ੍ਰਿਤਕਾਂ ਤੇ ਘਟਨਾ ਸਥਾਨ ਦੇ ਉੱਤੇ ਮੌਜੂਦ ਕਿਸੇ ਵੀ ਵਿਅਕਤੀ ਦੇ ਗੋਲੀ ਨਹੀਂ ਵੱਜੀ। ਘਟਨਾ ਦੇ ਵਿੱਚ ਕੁੱਲ 8 ਲੋਕਾਂ ਦੀ ਮੌਤ ਹੋਈ ਸੀ। ਇਹਦੇ ਵਿੱਚ 4 ਭਾਜਪਾ ਵਰਕਰ, 3 ਕਿਸਾਨ ਤੇ 1 ਪੱਤਰਕਾਰ ਸੀ। 13 ਲੋਕ ਜ਼ਖਮੀ ਵੀ ਹੋਏ। ਕੋਰਟ ਨੇ ਆਪਣੇ ਆਦੇਸ਼ ਦੇ ਵਿੱਚ ਪੋਸਟਮਾਰਟਮ ਰਿਪੋਰਟ ਤੇ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦਾ ਬਿਆਨ ਵੀ ਜ਼ਿਕਰ ਕੀਤਾ। ਅਦਾਲਤ ਨੇ ਮਹੱਤਵਪੂਰਨ ਟਿੱਪਣੀ ਵੀ ਕੀਤੀ ਕਿ ਜੇਕਰ ਪੂਰੀ ਕਹਾਣੀ ਨੂੰ ਸਵੀਕਾਰ ਕੀਤਾ ਜਾਵੇ ਤਾਂ ਸਪਸ਼ਟ ਹੈ ਕਿ ਘਟਨਾ ਸਥਾਨ ਦੇ ਉੱਤੇ ਹਜ਼ਾਰਾਂ ਪ੍ਰਦਰਸ਼ਨਕਾਰੀ ਮੌਜੂਦ ਸਨ। ਸੋ ਇਹ ਵੀ ਸੰਭਵ ਹੈ ਕਿ ਡਰਾਈਵਰ ਨੇ ਬਚਣ ਦੇ ਲਈ ਗੱਡੀ ਭਜਾਈ ਹੋਵੇ ਤੇ ਇਹ ਘਟਨਾ ਵਾਪਰ ਗਈ ਹੋਵੇ, ਕਿਉਂਕਿ ਬਚਾਅ ਪੱਖ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਪ੍ਰਦਰਸ਼ਨਕਾਰੀਆਂ ਦੇ ਵਿੱਚੋਂ ਕਈਆਂ ਦੇ ਕੋਲੇ ਤਲਵਾਰਾਂ ਤੇ ਡਾਂਗਾਂ ਵੀ ਸਨ। ਬਹਿਸ ਦੌਰਾਨ ਇਹ ਵੀ ਗੱਲ ਕਹੀ ਗਈ ਕਿ ਇਹੋ ਜਿਹਾ ਕੋਈ ਵੀ ਸਬੂਤ ਨਹੀਂ ਜਿਹਦੇ ਰਾਹੀਂ ਇਹ ਸਾਬਤ ਹੋ ਸਕੇ ਕਿ ਆਸ਼ੀਸ਼ ਮਿਸ਼ਰਾ ਨੇ ਗੱਡੀ ਚੜਾਉਣ ਦੇ ਲਈ ਉਕਸਾਇਆ ਹੋਵੇ। ਕੋਰਟ ਨੇ ਅੱਗੇ ਕਿਹਾ ਕਿ ਥਾਰ ਗੱਡੀ ਦੇ ਵਿੱਚ ਬੈਠੇ 3 ਲੋਕਾਂ ਦੀ ਹੱਤਿਆ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੇਸ ਡਾਇਰੀ ਦੇ ਨਾਲ ਮੌਜੂਦ ਫੋਟੋਗ੍ਰਾਫਸ ਤੋਂ ਪਤਾ ਲੱਗਦਾ ਕਿ ਡਰਾਈਵਰ ਹਰੀਓਮ ਮਿਸ਼ਰਾ, ਸ਼ੁਭਮ ਮਿਸ਼ਰਾ ਤੇ ਸ਼ਿਆਮ ਸੁੰਦਰ ਦਾ ਕਤਲ ਪ੍ਰਦਰਸ਼ਨਕਾਰੀਆਂ ਨੇ ਕਿੰਨੀ ਦਰਿੰਦਗੀ ਨਾਲ ਕੀਤਾ। ਜ਼ਿਕਰਯੋਗ ਹੈ ਕਿ ਇਸ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ
ਜੱਜ ਰਾਕੇਸ਼ ਕੁਮਾਰ ਜੈਨ ਦੀ ਨਿਗਰਾਨੀ ਦੇ ਵਿੱਚ ਹੋਈ ਹੈ। ਜਾਂਚ ਨੂੰ ਮਹਾਰਾਸ਼ਟਰ ਦੇ ਏਡੀਜੀ ਇੰਟੈਲੀਜੈਂਸ SB ਸ਼ਰੋਡਕਰ ਨੇ IPS ਅਧਿਕਾਰੀ ਡਾਕਟਰ ਪ੍ਰੀਤਿੰਦਰ ਸਿੰਘ ਤੇ ਚੌਹਾਨ ਸਾਹਿਬ ਨੇ ਸੁਪਰਵਾਈਜ਼ ਕੀਤਾ। ਕੋਰਟ ਨੇ ਖੀਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਆਲੋਚਨਾ ਕੀਤੀ। ਅਦਾਲਤ ਨੇ ਇਹ ਵੀ ਗੱਲ ਕਹੀ ਕਿ ਬਿਨਾਂ ਇਜਾਜ਼ਤ ਦੇ ਕੁਝ ਲੋਕਾਂ ਨੇ ਰਾਜਨੀਤਿਕ ਫਾਇਦੇ ਦੀ ਖਾਤਰ ਬੇਗੁਨਾਹ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਦੇ ਲਈ ਬੁਲਾ ਲਿਆ, ਜਦ ਕਿ CRPC ਦੀ ਧਾਰਾ 144 ਇੱਥੇ ਪਹਿਲਾਂ ਤੋਂ ਹੀ ਲਾਗੂ ਸੀ। ਹਜ਼ਾਰਾਂ ਲੋਕਾਂ ਨੂੰ ਦੂਜੇ ਸੂਬਿਆਂ ਦੇ ਵਿੱਚੋਂ ਬੁਲਾਇਆ ਗਿਆ ਤੇ ਇਹ ਗੱਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਪਤਾ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹੁਣ ਇਸ ਗੱਲ ਦੇ ਉੱਤੇ ਮਾਣਯੋਗ ਅਦਾਲਤ ਦੇ ਵੱਲੋਂ ਦਿੱਤੀ ਗਈ ਜ਼ਮਾਨਤ ਦੇ ਉੱਤੇ ਕਿਸਾਨ ਆਗੂਆਂ ਦੇ ਵੱਲੋਂ ਆਪਣੇ ਤਿੱਖੇ ਬਿਆਨ ਦਰਜ ਕਰਵਾਏ ਗਏ ਆ। ਕਿਸਾਨ ਆਗੂਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਸਾਡੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਵਾਲੀ ਗੱਲ ਹੈ। ਰਾਕੇਸ਼ ਟਕੈਤ ਨੇ ਗੱਲ ਕਹੀ ਹੈ ਕਿ ਇਹ ਸਾਰਾ ਕੁਝ ਸਾਜ਼ਿਸ਼ੀ ਤਰੀਕੇ ਨਾਲ ਹੋ ਰਿਹਾ। ਜਿਸ ਤਰੀਕੇ ਦੇ ਨਾਲ ਚੋਣਾਂ ਦੇ ਮੌਕੇ, UP ਦੀਆਂ ਚੋਣਾਂ ਦੇ ਮੌਕੇ ਸਾਰਾ ਕੁਝ ਕੀਤਾ ਜਾ ਰਿਹਾ, ਇਹ ਆਪਣੇ ਭਾਈਚਾਰੇ ਦੀਆਂ ਵੋਟਾਂ ਨੂੰ ਹੱਥ ਦੇ ਵਿੱਚ ਕਰਨ ਦੇ ਲਈ ਇੱਕ ਸਾਜ਼ਿਸ਼ ਘੜੀ ਗਈ ਹੈ, ਜਿਹੜੀ ਕਿ ਮਾੜੀ ਗੱਲ ਹੈ। ਹੁਣ ਇਹ ਵੀ ਗੱਲ ਕਹੀ ਹੈ ਕੁਝ ਕਿਸਾਨ ਆਗੂਆਂ ਨੇ ਕਿ ਦੇਖੋ ਜੀ, ਇਹ ਆਨਲਾਈਨ ਸੁਣਵਾਈ ਹੋਈ ਹੈ। ਜਦੋਂ ਸਾਡੇ ਪੱਖ ਦੇ ਵਕੀਲ ਦੇ ਵੱਲੋਂ ਆਪਣੀ ਗੱਲ ਕੀਤੀ ਜਾਣੀ ਸੀ, ਉਦੋਂ ਇੰਟਰਨੈਟ ਬੰਦ ਹੋ ਗਿਆ ਤੇ ਸਾਡਾ ਪੱਖ ਸੁਣਿਆ ਹੀ ਨਹੀਂ ਗਿਆ। ਇਸ ਕਰਕੇ ਰੀਹੀਅਰਿੰਗ ਦੇ ਵਾਸਤੇ ਵੀ ਦੁਬਾਰਾ ਫਿਰ ਸੁਣਵਾਈ ਹੋਵੇ ਇਸ ਮਾਮਲੇ ਦੇ ਉੱਤੇ ਅਸੀਂ ਇਹਦੀ ਅਰਜ਼ੀ ਲਾਵਾਂਗੇ। ਸੋ ਕਹਿਣ ਦਾ ਭਾਵ ਇਹ ਜੀ ਕਿ ਇਸ ਮਾਮਲੇ ਦੇ ਵਿੱਚ ਆਇਆ ਹੋਇਆ ਅਚਾਨਕ ਵੱਡਾ ਮੋੜ ਬਹੁਤ ਵੱਡੀਆਂ ਗੱਲਾਂ ਦਾ ਸੁਨੇਹਾ ਦਿੰਦਾ ਕਿ ਕਿਸ ਤਰੀਕੇ ਦੇ ਨਾਲ ਰਾਜਨੀਤੀ ਹੁੰਦੀ ਹੈ ਤੇ ਕੀ ਕੁਝ ਵਾਪਰ ਰਿਹਾ। ਜਿਹੜੇ ਮੌਕੇ ਦੇ ਉੱਤੇ ਇਸ ਗੱਲ ਦੀ ਮੰਗ ਕੀਤੀ ਜਾਂਦੀ ਹੈ ਕਿ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਆ ਉਹਦਾ ਅਸਤੀਫਾ ਮਨਜ਼ੂਰ ਹੋਣਾ ਚਾਹੀਦਾ, ਉਸੇ ਮੌਕੇ ਦੇ ਉੱਤੇ ਚੋਣਾਂ ਦੇ ਮੌਕੇ ਉਹਦੇ ਪੁੱਤ ਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ ਤੇ ਇਹਦੇ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੋਣੀ ਕੀ ਹੈ। ਸੋ ਕਿਸਾਨ ਆਗੂ ਇਸ ਗੱਲ ਦੇ ਉੱਤੇ ਬੇਹੱਦ ਤੱਤੇ ਭਾਰੇ ਆ। ਜਦੋਂ ਕਿਸਾਨ ਉਠਾਏ ਗਏ ਸੀ, ਜਦੋਂ ਇਹ ਗੱਲ ਕਹੀ ਗਈ ਸੀ ਅੰਦੋਲਨ ਖਤਮ ਕਰ ਦਿਓ, ਉਦੋਂ ਲਖੀਮਪੁਰ ਖੀਰੀ ਵਾਲੇ ਕਾਂਡ ਦੇ ਮਾਮਲੇ ਦੇ ਉੱਤੇ ਗੱਲ ਕਹੀ ਗਈ ਸੀ ਕਿ ਇਹਦੇ ਉੱਤੇ ਜਾਂਚ ਪੜਤਾਲ ਚੱਲ ਰਹੀ ਹੈ, ਮਾਮਲਾ ਅਦਾਲਤ ਦੇ ਵਿੱਚ ਹੈ। ਪਰ ਨਾ ਤਾਂ ਬਾਕੀ ਮੁੱਦਿਆਂ ਦੇ ਉੱਤੇ ਚਰਚਾ ਹੋਈ ਤੇ ਨਾ ਹੀ ਲਖੀਮਪੁਰ ਖੀਰੀ ਕਾਂਡ ਦੇ ਵਿੱਚ ਕੋਈ ਸੰਤੁਸ਼ਟੀਜਨਕ ਕਾਰਵਾਈ ਹੋਈ, ਜਿਹਦੇ ਕਰਕੇ ਕੱਲ੍ਹ ਡਾਕਟਰ ਦਰਸ਼ਨਪਾਲ ਨੇ ਵੀ ਗੱਲ ਕਹੀ ਹੈ ਕਿ ਸਾਰਾ ਕੁਝ ਇੱਕ ਸੋਚੀ ਸਮਝੀ ਚਾਲ ਦੇ ਤਹਿਤ ਹੋ ਰਿਹਾ। ਬਹੁਤ ਮਾੜੀ ਗੱਲ ਹੈ। ਗੁਰਮੀਤ ਰਾਮ ਰਹੀਮ ਇਸ ਵੇਲੇ ਆਪਾਂ ਜਾਣਦੇ ਹਾਂ ਡੇਰਾ ਸਿਰਸਾ ਦਾ ਮੁਖੀ ਗੁਰੂਗ੍ਰਾਮ ਦੇ ਵਿੱਚ ਆਪਣੇ ਆਸ਼ਰਮ ਦੇ ਅੰਦਰ ਹੈ। ਉਹ ਇਸ ਵੇਲੇ ਜਿਹੜੇ ਆਸ਼ਰਮ ਦੇ ਵਿੱਚ ਹੈ, ਉੱਥੇ ਕਾਲੇ ਰੰਗ ਦੇ ਸ਼ੀਸ਼ਿਆਂ ਵਾਲੀਆਂ ਕਈ ਗੱਡੀਆਂ ਆ ਤੇ ਜਾ ਰਹੀਆਂ। ਇਹਨਾਂ ਕਾਲੇ ਰੰਗ ਦੀਆਂ ਸ਼ੀਸ਼ਿਆਂ ਵਾਲੀਆਂ ਗੱਡੀਆਂ ਦੇ ਵਿੱਚ ਕਿਹੜੇ-ਕਿਹੜੇ ਨੇਤਾ ਜਾਂ ਕਿਹੜੇ-ਕਿਹੜੇ ਵੱਡੇ ਚਿਹਰੇ ਆ, ਕਿਹੜੀਆਂ ਵੱਡੀਆਂ ਪਰਸਨੈਲਿਟੀਜ਼ ਆ, ਇਹਦੇ ਬਾਰੇ ਕੁਝ ਪਤਾ ਨਹੀਂ ਗਾ। ਨਾ ਕੋਈ ਕਿਸੇ ਨੂੰ ਕੁਝ ਦੱਸ ਰਿਹਾ, ਨਾ ਕੋਈ ਕਿਸੇ ਨੂੰ ਕੁਝ ਪੁੱਛ ਰਿਹਾ। ਇਹ ਵੀ ਪਤਾ ਲੱਗਾ ਵੀ ਜਿਹੜੀ ਮੰਜ਼ਿਲ ਦੇ ਉੱਤੇ ਗੁਰਮੀਤ ਰਾਮ ਰਹੀਮ ਹੋਰੀ ਬੈਠੇ ਆ, ਉਹਨੂੰ ਆਲੇ ਦੁਆਲੇ ਪਰਦੇ ਲਾ ਕੇ ਢੱਕ ਦਿੱਤਾ ਗਿਆ ਤਾਂ ਜੋ ਆਉਣ ਤੇ ਜਾਣ ਵਾਲੇ ਦਾ ਪਤਾ ਨਾ ਲੱਗ ਸਕੇ, ਦੂਰੋਂ ਵੀ ਨਾ ਦੱਸੇ ਵੀ ਭਾਈ ਕੌਣ ਹੈ ਤੇ ਕੌਣ ਨਹੀਂ ਹੈ ਇੱਥੇ। ਅਗਲੀ ਗੱਲ ਇਹ ਹੈ ਵੀ ਜਿਹੜੇ ਪ੍ਰੇਮੀ ਨੇ, ਉਹਨਾਂ ਪ੍ਰੇਮੀਆਂ ਦੇ ਵਿੱਚੋਂ ਕੁਝ ਇੱਕ, ਸਾਰੇ ਤਾਂ ਮੈਂ ਨਹੀਂ ਕਹਿੰਦਾ, ਵਾਰ-ਵਾਰ ਇਸ ਗੱਲ ਦੇ ਲਈ ਇਜਾਜ਼ਤ ਚਾਹੁੰਦੇ ਜੀ ਕਿ ਐਤਕੀ ਅਸੀਂ ਵੋਟ ਪਾਈਏ ਕਿਹਨੂੰ। ਹਾਲਾਂਕਿ ਡੇਰੇ ਦੇ ਰਾਜਨੀਤਿਕ ਵਿੰਗ ਦੇ ਵੱਲੋਂ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਜੀ ਕਿ ਅਸੀਂ ਨਹੀਂ ਕਹਿੰਦੇ ਕਿ ਫਲਾਣੀ ਪਾਰਟੀ ਨੂੰ ਵੋਟਾਂ ਪਾਓ ਜਾਂ ਫਲਾਣੀ ਨੂੰ ਬਿਲਕੁਲ ਨਾ ਪਾਓ, ਪਰ ਇਹ ਗੱਲ ਝੂਠੀ ਪ੍ਰਤੀਤ ਹੁੰਦੀ ਹੈ। ਰਾਜਨੀਤਿਕ ਮਸ ਰੱਖਣ ਵਾਲੇ ਲੋਕ ਕਹਿੰਦੇ ਆ, ਉਹ ਕਹਿੰਦੇ ਵੀ ਡੇਰੇ ਨੇ ਸਰਗਰਮ ਰਾਜਨੀਤੀ ਦੇ ਵਿੱਚ ਬਹੁਤ ਵਾਰ ਹਿੱਸਾ ਲਿਆ। ਡੇਰੇਦਾਰ ਦਾ ਕੁੜਮ ਹਰਮਿੰਦਰ ਜੱਸੀ ਤਲਵੰਡੀ ਸਾਬੋ ਤੋਂ ਪਿਛਲੀ ਵਾਰ ਹਾਰਿਆ। ਮੌੜ ਮੰਡੀ ਦੇ ਵਿੱਚ ਜੋ ਕੁਝ ਹੋਇਆ ਸੀ ਆਪਾਂ ਜਾਣਦੇ ਹਾਂ, ਬੰਬ ਧਮਾਕੇ ਦੇ ਰੂਪ ਦੇ ਵਿੱਚ। ਐਤਕੀ ਟਿਕਟ ਨਹੀਂ ਮਿਲੀ ਤੇ ਐਤਕੀ ਹਰਮਿੰਦਰ ਜੱਸੀ ਦੇ ਵੱਲੋਂ ਆਜ਼ਾਦ ਤੌਰ ਤੇ ਚੋਣ ਲੜੀ ਜਾ ਰਹੀ ਹੈ ਤੇ ਹਰਮਿੰਦਰ ਜੱਸੀ ਦੀ ਚੋਣ ਦੀ ਕਮਾਨ, ਪ੍ਰਚਾਰ ਦੀ ਕਮਾਨ ਡੇਰਾ ਪ੍ਰੇਮੀਆਂ ਨੇ ਹੀ ਸਾਂਭੀ ਹੋਈ ਹੈ, ਉਹਨਾਂ ਦਾ ਇਹ ਕਹਿਣਾ। ਸੋ ਡੇਰਾ ਪ੍ਰੇਮੀਆਂ ਵਾਸਤੇ ਇਹ ਸੀਟ ਆ ਜਿਹੜੀ ਬੜੀ ਵਕਾਰ ਦਾ ਸਵਾਲ ਬਣੀ ਹੋਈ ਹੈ। ਸੋ ਕੀ ਐਤਕੀ ਡੇਰਾ ਪ੍ਰੇਮੀ BJP ਨੂੰ ਵੋਟਾਂ ਪਾਉਣਗੇ? ਕਿਉਂਕਿ ਇਹ ਪਤਾ ਲੱਗਾ ਜੀ ਕਿ ਆਉਂਦੇ 48 ਘੰਟੇ ਦੇ ਵਿੱਚ ਸ਼ਾਇਦ ਕੋਈ ਨਾ ਕੋਈ ਇਸ਼ਾਰਾ ਉਧਰਲੇ ਪਾਸੋਂ ਰਾਜਨੀਤਿਕ ਵਿੰਗ ਦੇ ਵੱਲੋਂ ਹੋ ਜਾਵੇ ਕਿ ਆਪਾਂ ਕਿਹੜੇ ਪਾਸੇ ਨੂੰ ਜਾਣਾ ਤੇ ਕਿਹੜੇ ਪਾਸੇ ਨੂੰ ਨਹੀਂ। ਹੁਣ ਕਿਹੜੇ ਪਾਸੇ ਦਾ ਇਸ਼ਾਰਾ ਹੋਊ, ਕਿਹੜੇ ਰੂਪ ਦੇ ਵਿੱਚ ਹੋਊ, ਕਿਹੜੇ ਸਮੇਂ ਦੇ ਵਿੱਚ ਹੋਊ ਤੇ ਉਸ ਇਸ਼ਾਰੇ ਦਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਕੀ ਅਸਰ ਪਊ, ਇਹਦੇ ਵੱਲ ਹੁਣ ਸਭ ਦੀ ਨਿਗਾਹ ਟਿਕੀ ਹੋਈ ਹੈ। ਵੈਸੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਡੇਰਿਆਂ ਦਾ ਪ੍ਰਭਾਵ ਕੋਈ ਨਵੀਂ ਗੱਲ ਨਹੀਂ, ਬਹੁਤ ਕੁਝ ਹੋ ਰਿਹਾ ਤੇ ਬਹੁਤ ਕੁਝ ਹੋਣਾ ਬਾਕੀ ਹੈ। ਕਿਉਂਕਿ ਜਿਸ ਤਰੀਕੇ ਨਾਲ ਡੇਰੇ ਲਗਾਤਾਰ ਵਧੇ ਫੁੱਲੇ ਆ, ਇਹ ਚਿੰਤਤ ਕਰਨ ਵਾਲੀ ਗੱਲ ਹੈ। ਪਰ ਸਾਰਾ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ। ਰਾਜਨੀਤਿਕ ਲੋਕ ਖੁਦ ਹੀ ਇਹ ਗੱਲ ਕਹਿੰਦੇ ਕਿ ਡੇਰੇਦਾਰ ਆ ਜਿਹੜੇ, ਜਾਂ ਡੇਰਾਵਾਦ ਆ ਜਿਹੜਾ, ਬਹੁਤ ਮਾੜਾ। ਪਰ ਆਪ ਹੀ ਉਹਨਾਂ ਥਾਵਾਂ ਦੇ ਉੱਤੇ ਜਾਂਦੇ ਆ ਡਾਰਾਂ ਬੰਨ ਕੇ, ਉੱਥੋਂ ਆ ਕੇ ਗੱਲ ਕਹਿੰਦੇ ਵੀ ਸਾਨੂੰ ਆਸ਼ੀਰਵਾਦ ਮਿਲ ਗਿਆ। ਆਸ਼ੀਰਵਾਦ ਇਹਨਾਂ ਨੂੰ ਮਿਲਿਆ ਤੇ ਲੋਕ ਵੀ ਆਸ਼ੀਰਵਾਦ ਦੇਣ ਤੁਰ ਪੈਂਦੇ ਆ। ਸੋ ਇਹ ਸਾਰਾ ਕੁਝ ਇੱਕ ਇਹੋ ਜਿਹਾ ਜਾਲ ਬੁਣਿਆ ਹੋਇਆ ਜਿਹਦੇ ਵਿੱਚੋਂ ਛੇਤੀ ਕੋਈ ਨਿਕਲ ਵੀ ਨਹੀਂ ਸਕਦਾ ਤੇ ਨਿਕਲਣਾ ਵੀ ਨਹੀਂ ਚਾਹੁੰਦਾ। ਆਮ ਲੋਕ ਆ ਜਿਹੜੇ, ਸੂਝਵਾਨ ਲੋਕ ਆ, ਉਹ ਬਿੱਟ ਤੱਕਦੇ ਹੀ ਰਹਿ ਜਾਂਦੇ ਆ। ਸੋ ਵਕਤ ਦੱਸੂਗਾ ਡੇਰਾ ਮੁਖੀ ਦੇ 21 ਦਿਨ ਦੇ ਲਈ ਫਰਲੋ ਦੇ ਉੱਤੇ ਬਾਹਰ ਆਉਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਸਮੀਕਰਨ ਜਿਹੜੇ ਉਹ ਕਿਹੜੇ ਪਾਸੇ ਨੂੰ ਬਦਲਦੇ ਆ, ਕਿਹੜੀ ਪਾਰਟੀ ਨੂੰ ਕਿੰਨਾ ਕੁ ਆਉਂਦੇ ਦਿਨਾਂ ਦੇ ਵਿੱਚ ਫਾਇਦਾ ਹੁੰਦਾ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।